ਭਗਵੰਤ ਮਾਨ ਨੇ ਲੋਕ ਸਭਾ ਦੀ ਮੈਂਬਰੀ ਤੋਂ ਦਿੱਤਾ ਅਸਤੀਫਾ। ਸਪੀਕਰ ਨੂੰ ਸੌਂਪਿਆ ਅਸਤੀਫਾ ਪੱਤਰ। ਸਾਥੀ ਸੰਸਥਾ ਨੇ ਮਾਨ ਨੂੰ ਦਿੱਤੀ ਨਿੱਘੀ ਵਿਦਾਇਗੀ, ਕਿਹਾ ਆਲ ਦਾ ਬੈਸਟ। ਅਸਤੀਫਾ ਦੇਣ ਤੋਂ ਬਾਅਦ ਭਾਵੁਕ ਹੋਏ ਭਗਵੰਤ ਮਾਨ, ਕਿਹਾ ਪੂਰੀ ਇਮਾਨਦਾਰੀ ਨਾਲ ਨਿਭਾਈ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ। ਹੁਣ ਸੂਬੇ 'ਚ ਹੋਣਗੇ ਕ੍ਰਾਂਤੀਕਾਰੀ ਬਦਲਾਅ। ਹਾਰ ਤੋਂ ਬਾਅਦ ਕਾਂਗਰਸ 'ਚ ਬਲੇਮ ਗੇਮ ਸ਼ੁਰੂ। ਚਾਕੜ ਨੇ ਚੰਨੀ ਨੂੰ ਦੱਸਿਆ ਪਾਰਟੀ ਲਈ ਬੋਝ। ਬਿੱਟੂ ਤੇ ਬਲਬੀਰ ਸਿੱਧੂ ਨੇ ਵੀ ਚੰਨੀ ਸਿੱਧੂ ਦੇ ਸਿਰ ਪੰਨਿਆ ਹਾਰ ਦਾ ਠੀਕਰਾ। ਹਾਰ ਤੇ ਕਲੇਸ਼ ਵਿਚਾਲੇ ਜਾਖੜ ਦੀ ਵੱਡੀ ਮੰਗ। ਬੋਲੇ ਵੋਟਿੰਗ ਜ਼ਰੀਏ ਹੋਵੇ ਵਿਰੋਧੀ ਧਿਰ ਦੇ ਆਗੂ ਦੀ ਚੋਣ, ਪਹਿਲਾਂ ਵਾਲੀਆਂ ਗਲਤੀਆਂ ਨਾ ਦੁਹਰਾਵੇ ਪਾਰਟੀ। ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਜਾਰੀ। ਪ੍ਰਕਾਸ਼ ਸਿੰਘ ਬਾਦਲ ਬੋਲੇ ਸਿਆਸਤ 'ਚ ਆਉਂਦੇ ਰਹਿੰਦੇ ਨੇ ਤੂਫਾਨ, ਚੱਲਦੀ ਰਹਿੰਦੀ ਹੈ ਜਿੱਤ ਹਾਰ। ਕੈਪਟਨ ਅਮਰਿੰਦਰ ਦਾ ਗਾਂਧੀ ਪਰਿਵਾਰ ਤੇ ਵੱਡਾ ਹਮਲਾ। ਬੋਲੇ ਹਾਰ ਲਈ ਸਿਰਫ ਹਾਈ ਕਮਾਨ ਜ਼ਿੰਮੇਵਾਰ। ਪੰਜਾਬ 'ਚ ਸਿੱਧੂ ਨੂੰ ਅੱਗੇ ਕਰਕੇ ਕਾਂਗਰਸ ਨੇ ਖੁਦ ਪੱਟੀ ਆਪਣੀ ਕਬਰ। 21 ਮਾਰਚ ਨੂੰ ਦੇਸ਼ ਭਰ 'ਚ ਕਿਸਾਨਾਂ ਦਾ ਪ੍ਰਦਰਸ਼ਨ ਤਾਂ 25 ਮਾਰਚ ਨੂੰ BBMB ਦੇ ਮੁੱਦੇ ਤੇ ਚੰਡੀਗੜ੍ਹ ਵੱਲ ਟਰੈਕਟਰ ਮਾਰਚ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਹੋਇਆ ਫੈਸਲਾ। ਫਿਲਮ ਕਸ਼ਮੀਰ ਫਾਈਲਜ਼ ਨੂੰ ਪੰਜਾਬ 'ਚ ਟੈਕਸ ਫ੍ਰੀ ਕਰਨ ਦੀ ਉੱਠੀ ਮੰਗ। BJP ਨੇ ਕਿਹਾ ਭਾਜਪਾ ਸ਼ਾਸਤ ਸੂਬਿਆਂ ਦੀ ਤਰ੍ਹਾਂ ਪੰਜਾਬ 'ਚ ਵੀ ਫਿਲਮ ਨੂੰ ਕੀਤਾ ਜਾਵੇ ਟੈਕਸ ਫ੍ਰੀ। ਕਸ਼ਮੀਰੀ ਪੰਡਤਾਂ ਨਾਲ ਵਾਪਰੀਆਂ ਘਟਨਾਵਾਂ ਤੇ ਆਧਾਰਿਤ ਹੈ ਫਿਲਮ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਇੱਕ ਖਬਰ ਬਠਿੰਡਾ ਤੋਂ। ਬਠਿੰਡਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਅਸਤੀਫਾ ਦੇ ਦਿੱਤਾ ਹੈ। KK ਅਗਰਵਾਲ ਕਾਂਗਰਸੀ ਆਗੂ ਜਿਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਔਰ KK ਅਗਰਵਾਲ ਨੇ ਕਾਂਗਰਸ ਲੀਡਰਸ਼ਿਪ ਦੇ ਖਿਲਾਫ ਆਪਣੀ ਪੜਾਸ ਕੱਢੀ ਹੈ। ਉਹਨਾਂ ਕਿਹਾ ਕਿ ਬਠਿੰਡਾ 'ਚ ਹੋਏ ਗਲਤ ਕੰਮਾਂ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਉਹਨਾਂ ਕਿਹਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸਕੈਂਡਲਾਂ ਦਾ ਖੁਲਾਸਾ ਕਰਾਂਗੇ। KK ਅਗਰਵਾਲ ਜਿਹੜੇ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਚੇਅਰਮੈਨ ਸੀ, ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਆਪਣੇ ਅਹੁਦੇ ਤੋਂ। ਬਠਿੰਡਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ KK ਅਗਰਵਾਲ ਵੱਲੋਂ ਔਰ ਨਾ ਸਿਰਫ ਅਸਤੀਫਾ ਦਿੱਤਾ ਹੈ ਬਲਕਿ ਕਾਂਗਰਸ ਦੀ ਲੀਡਰਸ਼ਿਪ ਦੇ ਖਿਲਾਫ ਆਪਣੀ ਪੜਾਸ ਕੱਢੀ ਹੈ। ਉਹਨਾਂ ਨੇ ਕਿਹਾ ਹੈ ਕਿ ਬਠਿੰਡਾ 'ਚ ਗਲਤ ਕੰਮ ਹੋਏ ਨੇ, ਉਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ ਪਾਰਟੀ ਨੂੰ। ਔਰ ਇਹ ਵੀ ਕਿਹਾ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਸਕੈਂਡਲਾਂ ਦਾ ਖੁਲਾਸਾ ਕਰਾਂਗੇ। ਸਰਕਾਰ ਨੇ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਾਇਆ ਸੀ। ਹੁਣ 10 ਤਰੀਕ ਨੂੰ ਜਦੋਂ ਵਿਧਾਨ ਸਭਾ ਦਾ ਰਿਜ਼ਲਟ ਆਇਆ, ਪੰਜਾਬ ਦੇ ਲੋਕਾਂ ਨੇ ਬੜੇ ਜੋਸ਼ ਨਾਲ ਆਮ ਪਾਰਟੀ ਨੂੰ ਬਹੁਮਤ ਦਿਵਾਇਆ ਹੈ। ਇਸ ਲਈ ਪੰਜਾਬ ਦੇ ਲੋਕਾਂ ਦੇ ਫਤਵੇ ਨੂੰ ਦੇਖਦਾ ਹੋਇਆ ਅੱਜ ਮੈਂ ਕਾਂਗਰਸ ਦਾ ਸਿਪਾਹੀ ਹੋਣ ਦੇ ਨਾਤੇ ਅੱਜ ਮੈਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤੋਂ ਅਸਤੀਫਾ ਦੇ ਰਿਹਾ, ਕਿਉਂਕਿ ਇਹ ਇੱਕ ਸਿਆਸੀ ਪੋਸਟ ਹੈ। ਹੁਣ ਜੋ ਨਵੀਂ ਸਰਕਾਰ ਬਣੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਜਿਸ ਨੂੰ ਲਾਵੇ ਆਪਣੀ ਖੁਸ਼ੀ ਨਾਲ ਕੰਮ ਕਰਾਵੇ। ਮੈਂ ਇਸ ਕਰਕੇ ਅੱਜ ਅਸਤੀਫਾ ਦੇ ਰਿਹਾ। ਸਾਡੀ ਇੰਪਰੂਵਮੈਂਟ ਟਰਸਟ ਦੀ ਬੱਸ ਸਟੈਂਡ ਵਾਲੀ ਜਗ੍ਹਾ ਹੈ, ਹਾਂ, ਉਹ ਬੱਸ ਸਟੈਂਡ ਦੀ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਹੈ। ਇੰਪਰੂਵਮੈਂਟ ਟਰਸਟ ਨੇ ਹੀ ਉਹਦਾ ਬੱਸ ਸਟੈਂਡ ਦਾ ਨਕਸ਼ਾ ਪੰਜਾਬ ਗਵਰਨਮੈਂਟ ਤੋਂ ਅਪਰੂਵ ਕਰਾਇਆ, PRTC ਨਾਲ ਐਗਰੀਮੈਂਟ ਕੀਤੇ, ਉਹਦਾ NOC ਵਾਸਤੇ MES ਨੂੰ ਅਪਲਾਈ ਕੀਤਾ। ਉਹਦੇ ਬਾਵਜੂਦ ਵੀ ਬਠਿੰਡਾ ਕਾਰਪੋਰੇਸ਼ਨ ਨੇ ਉਹਦਾ ਟੈਂਡਰ ਕਿਉਂ ਲਾਇਆ, ਮੈਨੂੰ ਇਹ ਸਮਝ ਨਹੀਂ ਆਈ ਗੱਲ। ਆਪਣੀ ਕਾਂਗਰਸ ਸੀਗੀ ਆਪਾਂ ਨਗਰ ਨਿਗਮ ਦੀ ਗੱਲ ਕੀਤੀ, ਆਪਣੇ ਹਾਲਾਤ ਕਿਉਂ ਪੈਦਾ ਹੋਏ? ਮੈਨੂੰ ਤਾਂ ਆਪ ਨੂੰ ਨਹੀਂ ਪਤਾ, ਮੈਂ ਤਾਂ ਆਪ ਪੁੱਛਦਾ। ਮੈਂ ਤੁਹਾਡੇ ਰਾਹੀਂ ਹੁਣ ਅੱਜ ਪੁੱਛਣ ਲੱਗਿਆ। ਮੈਂ ਪੁੱਛਿਆ, ਮੈਨੂੰ ਜਵਾਬ ਨਹੀਂ ਦਿੱਤਾ ਕਿਸੇ ਨੇ। ਤੇ ਉਧਰ ਕਾਂਗਰਸ ਪਾਰਟੀ ਹਾਰ ਦਾ ਮੰਥਨ ਕਰਨ ਦੀ ਥਾਂ ਇੱਕ ਦੂਜੇ ਦੇ ਨੁਕਸ ਕੱਢਣ 'ਚ ਲੱਗੀ ਹੋਈ ਹੈ। ਇਲਜ਼ਾਮ ਤਰਾਸ਼ੀਆਂ ਕਰਨ ਵਾਲੇ ਕਾਂਗਰਸ ਲੀਡਰਾਂ ਦੀ ਲਿਸਟ ਦਿਨ ਬ ਦਿਨ ਲੰਬੀ ਹੁੰਦੀ ਜਾ ਰਹੀ ਹੈ। ਅੱਜ ਇਹ ਕਰਪਸ਼ਨ, ਯੂ ਕੈਨ ਨਾਟ ਫਾਈਟ ਕਰਪਸ਼ਨ ਵਿਦ ਕਰਪਸ਼ਨ। ਕਰਪਸ਼ਨ ਤੋਂ ਤਾਂ ਭੱਜੇ ਜਾਂਦੇ ਸੀਗੇ, ਕਹਿੰਦੇ ਡੋਗਰ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ। ਅਸੀਂ ਕਰਪਸ਼ਨ ਤੋਂ ਭੱਜ ਕੇ ਤਾਂ ਲੈ ਕੇ ਇਹਨਾਂ ਨੂੰ ਲੈ ਕੇ ਆਏ ਸੀਗੇ ਤੇ ਅੱਗੇ ਫੇਰ ਕਰਪਸ਼ਨ ਵਾਲੇ ਨੇ ਫੇਰ ਵਕਤ ਨੂੰ ਪੈ ਗਿਆ। ਆਹ ਜਿਹੜੀ ਹਾਰ ਹੋਈ ਆ, ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ, ਬਿਲਕੁਲ ਤੁਸੀਂ ਹੌਸਲਾ ਨਹੀਂ ਹਾਰਨਾ, ਡਿਮੋਰਲਾਈਜ਼ ਨਹੀਂ ਹੋਣਾ।
ਕਿਉਂਕਿ ਇਹ ਬਿਲਕੁਲ ਕਾਂਗਰਸ ਪਾਰਟੀ ਦੀ ਹਾਰ ਨਹੀਂ ਗੀ, ਵਰਕਰਾਂ ਦੀ ਹਾਰ ਨਹੀਂ ਗੀ, ਇਹ ਹਾਰ ਲੀਡਰਾਂ ਦੀ ਹਾਰ। ਇਸ ਗੱਲ ਦਾ ਦੁੱਖ ਹੈ ਕਿ ਜਿਹੜੇ ਸਾਡੇ ਲੀਡਰ ਸੀ ਦੋ ਵੱਡੇ ਸੀਐਮ ਸਾਹਿਬ ਤੇ ਨਵਜੋਤ ਸਿੰਘ ਸਿੱਧੂ, ਇਹਨਾਂ ਦੋਨਾਂ ਨੇ ਜੋ ਉਸ ਵੇਲੇ ਇੱਕ ਡੈਰੋਗੇਟਰੀ ਲੈਂਗੁਏਜ ਯੂਜ਼ ਕੀਤੀ ਹੈ, ਜਾਂ ਉਹਨਾਂ ਨੇ ਇੱਕ ਬ੍ਰਾਹਮਣ ਜਾਤੀ ਨੂੰ ਲੈ ਕੇ ਕਾਲਾ ਬ੍ਰਾਹਮਣ ਜਾਂ ਬਲੈਕ ਬ੍ਰਾਹਮਣ ਗੱਲ ਕਰਕੇ ਸਾਡੀ ਜਿਹੜੀ ਹਿੰਦੂ ਵੋਟ ਸੀ ਉਹਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਹ ਬਿਆਨ ਨੇ ਕਾਂਗਰਸ ਦੀ ਹਾਰ ਤੋਂ ਬਾਅਦ ਦੇ ਕੁਝ ਅਜਿਹੇ ਬਿਆਨ ਆਉਂਦੇ ਸਨ ਚੋਣਾਂ ਤੋਂ ਪਹਿਲਾਂ ਵੀ। ਸ਼ਾਇਦ ਉਹਨਾਂ ਬਿਆਨਾਂ ਦਾ ਖਮਿਆਜ਼ਾ ਕਾਂਗਰਸ ਨੂੰ 2022 ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਿਆ। ਕਾਂਗਰਸ ਦੀ ਅੰਦਰੂਨੀ ਖਾਨਾ ਜੰਗੀ ਚੋਣਾਂ ਦੇ ਵਿੱਚ ਵੀ ਜ਼ਗ ਜ਼ਾਹਰ ਹੁੰਦੀ ਰਹੀ। ਚੋਣਾਂ ਹੋਈਆਂ, ਨਤੀਜੇ ਆਏ ਅਤੇ ਇਹਨਾਂ ਨਤੀਜਿਆਂ ਦੇ ਵਿੱਚ ਕਾਂਗਰਸ ਮਹਿਜ਼ 18 ਸੀਟਾਂ ਤੇ ਸਿਮਟ ਕੇ ਰਹਿ ਗਈ। ਇਸ ਹਾਰ ਤੋਂ ਬਾਅਦ ਕਾਂਗਰਸ ਆਗੂ ਇੱਕ ਦੂਜੇ ਦੇ ਖਿਲਾਫ ਹੋਰ ਮੁਖਰ ਹੋ ਕੇ ਬੋਲਣ ਲੱਗੇ ਨੇ। ਕੈਪਟਨ ਦੇ ਅਸਤੀਫੇ ਤੋਂ ਬਾਅਦ ਸੀਐਮ ਬਣਦੇ ਰਹਿ ਗਏ ਸੁਨੀਲ ਜਾਖੜ ਦਾ ਗੁੱਸਾ ਸਾਬਕਾ ਸੀਐਮ ਚੰਨੀ ਅਤੇ ਅੰਬਿਕਾ ਸੋਨੀ ਦੇ ਖਿਲਾਫ ਫੁੱਟਿਆ। ਜਾਖੜ ਨੇ ਚੰਨੀ ਦੇ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦਾ ਜ਼ਿਕਰ ਕੀਤਾ ਅਤੇ ਅੰਬਿਕਾ ਸੋਨੀ ਦਾ ਨਾਮ ਲਏ ਬਿਨਾਂ ਕਿਹਾ ਕਿ ਅੰਬਿਕਾ ਸੋਨੀ ਲਈ ਚੰਨੀ ਐਸੈਟ ਹੋ ਸਕਦੇ ਨੇ ਪਰ ਪਾਰਟੀ ਦੇ ਲਈ ਉਹ ਲਾਇਬਿਲਿਟੀ ਨੇ। ਗਲਤੀ ਕੀਤੀ ਹੈ, ਇੱਕ ਬੰਦੇ ਨੂੰ ਜ਼ਿੰਮੇਵਾਰੀ ਦਿੱਤੀ, ਬੰਦਾ ਰੰਗੇ ਹੱਥੋਂ ਪਕੜਿਆ ਗਿਆ। ਚਰਨਜੀਤ ਚੰਨੀ ਪਕੜੇ ਗਏ, ਦੇਖੋ ਪਕੜਿਆ ਗਿਆ, ਪਰਿਵਾਰ ਪਕੜਿਆ ਗਿਆ, ਜੋ ਕੁਝ ਵੀ ਹੈ, ਪਰ ਅੱਜ ਦੇ ਦਿਨ ਇੱਕ ਕੁਐਸਚਨ ਮਾਰਕ ਤਾਂ ਲੱਗਿਆ ਨਾ, ਸਵਾਲੀਆ ਨਿਸ਼ਾਨ ਤਾਂ ਖੜਾ ਹੋ ਗਿਆ ਸਾਹਿਬ। ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਸਾਹਿਬ, ਬਹੁਤ ਵੱਡੇ ਲੀਡਰ ਹੈ, 30 ਸਾਲ ਤੋਂ ਜਿਹੜੇ ਰਾਜ ਸਭਾ 'ਚ ਬੈਠੇ ਹੋਣ, ਮੈਂ ਸਮਝਦਾ ਵੀ ਇੰਨੀ ਤਾਂ ਕਿਸੇ ਦੀ ਤੁਹਾਡੀ ਉਮਰ ਹੀ ਨਹੀਂ ਹੋਣੀ ਸ਼ਾਇਦ ਉਨੀ ਤਾਂ। ਪਰ ਅੱਜ ਮੌਕਾ ਹੈ, ਅੱਜ ਦੇ ਦਿਨ ਆਪਣੇ ਲੀਡਰ ਨੂੰ, ਰਾਹੁਲ ਜੀ ਨੂੰ, ਸੋਨੀਆ ਜੀ ਦੀ ਬਹੁਤ ਨੇੜੇ ਹੈ, ਉਹ ਜਾ ਕੇ ਗਲਤ ਰਾਏ ਨਾ ਦੇਣ। ਰਵਨੀਤ ਬਿੱਟੂ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਪਹਿਲਾਂ ਵੀ ਹੁੰਦੀ ਰਹੀ ਹੈ, ਪਰ ਚੋਣਾਂ ਦੇ ਦੌਰਾਨ ਰਵਨੀਤ ਬਿੱਟੂ ਸਿੱਧੂ ਦੇ ਲਈ ਪ੍ਰਚਾਰ ਕਰਨ ਆਏ ਤਾਂ ਲੱਗਿਆ ਕਿ ਦੋਵਾਂ ਦੇ ਵਿਚਾਲੇ ਆਲ ਇਜ਼ ਵੈਲ ਹੈ। ਪਰ ਨਤੀਜਿਆਂ ਤੋਂ ਬਾਅਦ ਬਿੱਟੂ ਨੇ ਸਿੱਧੂ ਨੂੰ ਘੇਰਦਿਆਂ ਅਨੁਸ਼ਾਸਨ ਭੰਗ ਕਰਨ ਦਾ ਇਲਜ਼ਾਮ ਲਗਾਇਆ ਅਤੇ ਨਾਲ ਹੀ ਬਿੱਟੂ ਨੇ ਕਿਹਾ ਕਿ ਆਪ ਜਿੱਤੀ ਨਹੀਂ, ਸਗੋਂ 3-4 ਕਾਂਗਰਸ ਆਗੂਆਂ ਦੇ ਬਿਆਨਾਂ ਨੇ ਜਿਤਵਾਈ ਹੈ। ਅਗਲੀ ਵਾਰ ਤਾਂ ਮੈਂ ਮੰਨ ਸਕਦਾ ਵੀ ਆਮ ਆਦਮੀ ਪਾਰਟੀ ਜੇ ਕੋਈ ਕੰਮ ਕਰੇਗੀ, ਜੇ ਬਣੇਗੀ, ਜੇ ਨਹੀਂ ਕੰਮ ਕਰੇਗੀ ਤਾਂ ਹਟੇਗੀ। ਪਰ ਇਸ ਵਾਰ ਸਰਕਾਰ ਜਿਹੜੀ ਬਣੀ ਹੈ ਉਹ ਸਿਰਫ ਸਾਡੇ ਲੀਡਰਾਂ ਦੇ ਕਾਰਨ ਬਣੀ ਹੈ, ਜਿਹੜੀਆਂ ਲੀਡਰਾਂ ਦੀ ਗਲਤੀਆਂ, ਜਿਨ੍ਹਾਂ ਨੇ ਆਪ 75-25 ਕਹਿ ਕੇ, ਜਿਨ੍ਹਾਂ ਨੇ ਆਪ ਰੋਜ਼ ਆਪਣੀ ਲੜਾਈ ਕਰਕੇ ਨਹੀਂ ਮੈਨੂੰ ਆ ਗੱਦੀ ਚਾਹੀਦੀ ਹੈ। ਤੁਸੀਂ 3-4 ਲੀਡਰ ਆਪਣੇ ਆਪ ਨੂੰ ਇਹ ਕਹਿਣ ਲੱਗੇ ਵੀ ਫਲਾਣੇ ਸਮਰਦਾ ਦੀ ਮੇਰੇ ਕੋਲ ਵੋਟ ਆ, ਫਲਾਣੀ ਬਰਾਦਰੀ ਦੀ ਮੇਰੇ ਕੋਲ ਵੋਟ ਆ। ਤੁਸੀਂ ਕਿਹੜੀਆਂ ਗਲਤਫਹਿਮੀਆਂ ਸੀ ਇਹ? ਕੈਪਟਨ ਅਮਰਿੰਦਰ ਸਿੰਘ ਸੀਐਮ ਅਹੁਦੇ ਤੋਂ ਹਟਾਏ ਤਾਂ ਬਲਬੀਰ ਸਿੰਘ ਸਿੱਧੂ ਦਾ ਵੀ ਕੈਬਨਿਟ ਅਹੁਦਾ ਖੋਲ੍ਹਿਆ ਗਿਆ। ਪਹਿਲਾਂ ਤਾਂ ਬਲਬੀਰ ਸਿੱਧੂ ਸ਼ਾਂਤ ਰਹੇ, ਪਰ ਨਤੀਜਿਆਂ ਦੇ ਦੌਰਾਨ ਮਿਲੀ ਹਾਰ ਤੋਂ ਬਾਅਦ ਬਲਬੀਰ ਸਿੱਧੂ ਦਾ ਗੁੱਸਾ ਸਾਬਕਾ ਸੀਐਮ ਚੰਨੀ ਦੇ ਖਿਲਾਫ ਫੁੱਟਿਆ। ਬਲਬੀਰ ਸਿੱਧੂ ਨੇ ਕਾਂਗਰਸ ਦੀ ਹਾਰ ਦੇ ਲਈ ਸੀਐਮ ਚੰਨੀ ਤੇ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ। ਸਾਡੇ ਜਿਹੜੀ ਵਿਸਤਾਰ ਦੇ ਵਿੱਚ ਅੱਜ ਪਹਿਲਾ ਦਿਨ ਸੀ। ਅੱਜ ਕੋਰ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਆ। ਕੱਲ ਫਿਰ ਪ੍ਰਧਾਨ ਸਾਹਿਬ ਜਿਹੜਾ ਦੁਪਹਿਰ ਤੋਂ ਬਾਅਦ ਜਿਹੜੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਇਕੱਲੇ ਬੈਠ ਕੇ ਵੀ ਵਿਚਾਰ ਵਟਾਂਦਰਾ ਕਰਨਗੇ। ਉਸ ਤੋਂ ਬਾਅਦ ਪਰਸੋਂ ਜਿਹੜੀ ਹੈ ਸਾਰੇ ਸਾਡੇ ਜ਼ਿਲ੍ਹਿਆਂ ਦੇ ਜਥੇਦਾਰ ਸਾਹਿਬਾਨ ਦੀ ਇੱਕ ਮੀਟਿੰਗ ਜਿਹੜੀ ਹੈ 2 ਵਜੇ ਇੱਥੇ ਹੀ ਪਾਰਟੀ ਹੈੱਡ ਆਫਿਸ ਹੋਏਗੀ। ਇਸ ਤੋਂ ਬਾਅਦ ਫਿਰ ਅਸੀਂ ਅਗਲੀ ਤਰੀਕ ਜਿਹੜੇ ਸਾਰੇ ਕੈਂਡੀਡੇਟ ਆ ਉਹਨਾਂ ਨੂੰ ਦਿਆਂਗੇ ਔਰ ਬਾਅਦ ਦੇ ਵਿੱਚ ਫਿਰ ਪ੍ਰਧਾਨ ਸਾਹਿਬ ਡਿਸਟ੍ਰਿਕਟ ਵਾਈਜ਼ ਜਿਹੜਾ ਵਰਕਰ ਮੀਟਿੰਗਸ ਕਰਕੇ ਬਾਕੀ ਵਰਕਰ ਸਾਹਿਬਾਨ ਦੀ ਵੀ ਰਾਏ ਜਿਹੜੀ ਆ ਉਹ ਸਾਰੇ ਇਸ ਜਿਹੜੇ ਫਤਵੇ ਦੇ ਉੱਤੇ ਲਵਾਂਗੇ। ਇੱਕ ਤਾਂ ਪਹਿਲਾਂ ਰੈਜੂਲੇਸ਼ਨ ਪਾਸ ਕਰਕੇ ਜਿਹੜਾ ਪੰਜਾਬ ਦੀ ਜਨਤਾ ਦਾ ਫਤਵਾ ਆਇਆ ਉਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਖੜੇ ਮੱਥੇ ਸਵੀਕਾਰ ਕੀਤਾ ਔਰ ਉਹਦੇ ਵਿੱਚ ਸਾਰੇ ਹੀ ਅਸੀਂ ਪੰਜਾਬ ਦੇ ਵੋਟਰ ਸਾਹਿਬਾਨ ਦਾ, ਪਾਰਟੀ ਦੇ ਸਾਰੇ ਆਗੂ ਸਾਹਿਬਾਨ, ਵਰਕਰ ਸਾਹਿਬਾਨ ਦਾ, ਸਾਰੇ ਹੀ ਉਮੀਦਵਾਰਾਂ ਦਾ, ਸਾਰੀ ਪਾਰਟੀ ਦੀ ਲੀਡਰਸ਼ਿਪ ਦਾ, ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਜਿਹੜਾ ਪਾਰਟੀ ਵਾਸਤੇ ਉਹ ਕੰਮ ਕੀਤਾ। ਸਾਰਿਆਂ ਦਾ, ਸਾਰੀ ਲੀਡਰਸ਼ਿਪ ਹੇਠਾਂ ਤੋਂ ਲੈ ਕੇ ਵਰਕਰ ਤੋਂ ਉੱਪਰ ਤੱਕ ਸਭ ਨੇ ਦਿਨ ਰਾਤ ਬਹੁਤ ਮਿਹਨਤ ਕੀਤੀ ਆ। ਕਿਸੇ ਵੱਲੋਂ ਵੀ ਕੋਈ ਕਸਰ ਜਿਹੜੀ ਆ ਉਹ ਬਾਕੀ ਨਹੀਂ ਰਹੀ। ਇਸ ਕਰਕੇ ਸਾਰਿਆਂ ਦੇ ਕੰਮ ਦੀ ਜਿਹੜੀ ਕੋਰ ਕਮੇਟੀ ਨੇ ਜਿਹੜੀ ਆ ਉਹ ਪ੍ਰਸ਼ੰਸਾ ਕੀਤੀ।
ਔਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਬੜੀ ਅੰਤਕ ਮਿਹਨਤ ਜਿਹੜੀ ਹੈ ਲਗਾਤਾਰ 6 ਮਹੀਨੇ ਪਹਿਲਾਂ ਹੀ ਕੰਪੇਨ ਪਹਿਲਾਂ ਗੱਲ ਪੰਜਾਬ ਦੀ ਸ਼ੁਰੂ ਹੋ ਗਿਆ ਸੀ, ਫਿਰ ਲਗਾਤਾਰ ਰੈਲੀਆਂ ਦਾ ਸਿਲਸਿਲਾ ਜਾਰੀ ਰਿਹਾ ਤੇ ਦਿਨ ਰਾਤ ਉਹਨਾਂ ਨੇ ਹਰ ਹਲਕੇ ਦੇ ਵਿੱਚ ਪਹੁੰਚ ਕੇ ਜਿਹੜਾ ਉਹ ਆਪਣੇ ਸਾਰੇ ਵਰਕਰਸ ਨੂੰ ਲੀਡਰਸ ਨੂੰ ਬੜੀ ਵੱਡੀ ਮੋਟੀਵੇਸ਼ਨ ਵੀ ਕੀਤੀ ਔਰ ਸਾਰਾ ਜਿਹੜਾ ਇਲੈਕਸ਼ਨ ਕੰਪੇਨ ਹੈ ਉਹ ਪੂਰੀ ਤਨਦੇਹੀ ਦੇ ਨਾਲ ਚਲਾਇਆ। ਇਸ ਕਰਕੇ ਜਿੱਥੇ ਸਾਰੀ ਲੀਡਰ ਦੀ ਕਲੈਕਟਿਵ ਬਹੁਤ ਵੱਡੀ ਐਫਰਟ ਹੋਈ ਹੈ ਉੱਥੇ ਪ੍ਰਧਾਨ ਸਾਹਿਬ ਦਾ ਉਚੇਚੇ ਤੌਰ ਤੇ ਰੈਜ਼ੋਲੂਸ਼ਨ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਪ੍ਰਸ਼ੰਸਾ ਵੀ ਹੋਈ ਹੈ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਪੂਰਨ ਜਿਹੜਾ ਉਹ ਭਰੋਸਾ ਵੀ ਜਿਹੜਾ ਉਹ ਸਾਰੀ ਲੀਡਰਸ਼ਿਪ ਨੇ ਪ੍ਰਗਟ ਕੀਤਾ। ਇੱਕ ਜਿਹੜੀ ਹੈ ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੱਤੇ ਆ ਕਿ ਪਾਰਟੀ ਦੀ ਇੱਕ ਹਾਈ ਲੈਵਲ ਕਮੇਟੀ ਉਹ ਬਣਾ ਦੇਣਗੇ ਇੱਕ ਦੇ ਦਿਨ ਤੱਕ ਜਿਹੜੀ ਇਹ ਸਾਰੇ ਜਿਹੜੀ ਇਹ ਜੱਜਮੈਂਟ ਹੈ ਵਰਡਿਕਟ ਹੈ ਫਤਵਾ ਇਹਦੀ ਪੂਰੀ ਤਰ੍ਹਾਂ ਨਾਲ ਸਮੀਖਿਆ ਜਿਹੜੀ ਆ ਉਹ ਕਰਕੇ ਤੇ ਜਿਹੜੇ ਕਿਹੜੇ ਕਾਰਨ ਰਹੇ ਜਿਹਦੇ ਕਰਕੇ ਜਿਹੜੀ ਆ ਪਾਰਟੀ ਪਿੱਛੇ ਰਹੀ ਕੀ ਕਮੀਆਂ ਰਹੀਆਂ ਉਹ ਕਿਵੇਂ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਕੀਤੀਆਂ ਜਾ ਸਕਦੀਆਂ ਇਹਦੇ ਵਾਸਤੇ ਸਾਰੇ ਜਿਹੜੇ ਉਹ ਅਧਿਕਾਰ ਪ੍ਰਧਾਨ ਸਾਹਿਬ ਨੂੰ ਦਿੱਤੇ ਆ ਉਹ ਹਾਈ ਲੈਵਲ ਕਮੇਟੀ ਜਿਹੜੀ ਆ ਉਹ ਛੇਤੀ ਜਿਹੜੀ ਆ ਪਾਰਟੀ ਵੱਲੋਂ ਅਨਾਉਂਸ ਕੀਤੀ ਜਾਏਗੀ। ਇੱਕ ਹੋਰ ਰੈਜ਼ੋਲੂਸ਼ਨ ਇਹ ਪਹਿਲੇ ਰੈਜ਼ੋਲੂਸ਼ਨ ਦੀ ਕਾਪੀ ਵੀ ਤੁਹਾਡੇ ਕੋਲ ਹੁਣੇ ਲਿਖਤੀ ਤੌਰ ਤੇ ਆ ਜਾਏਗੀ। ਦੂਜਾ ਜਿਹੜਾ ਰੈਜ਼ੋਲੂਸ਼ਨ ਹੈ ਕਿ ਜਿਹੜਾ BBMB ਦਾ ਵਿਵਾਦ ਪਿਛਲੇ ਦਿਨਾਂ ਦੇ ਵਿੱਚ ਬਹੁਤ ਭਖਿਆ ਜਿਹਦੇ ਵਿੱਚ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਤੇ ਜਿਹੜੇ ਮੈਂਬਰਾਂ ਦੀ ਨਿਯੁਕਤੀ ਆ ਉਹਦਾ ਜਿਹੜਾ ਹੈਗਾ ਸ਼ਰਤਾਂ ਤਬਦੀਲ ਕੀਤੀਆਂ ਗਈਆਂ ਉਹਨੂੰ ਵੀ ਫੈਡਰਲਿਜ਼ਮ ਦੇ ਖਿਲਾਫ ਇੱਕ ਬਹੁਤ ਵੱਡਾ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਕਰਦੇ ਹੋਏ ਉਹਦੀ ਨਿਖੇਧੀ ਕੀਤੀ ਗਈ ਹੈ ਔਰ ਉਹਨੂੰ ਇਮੀਡੀਏਟਲੀ ਵਾਪਸ ਕਰਨ ਦਾ ਜਿਹੜਾ ਉਹ ਵੀ ਰੈਜ਼ੋਲੂਸ਼ਨ ਕੀਤਾ ਗਿਆ ਔਰ ਨਾਲ ਹੀ ਜਿਹੜੇ ਚੰਡੀਗੜ੍ਹ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਇੱਕ ਕਰਕੇ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦੇ ਅਫਸਰਾਂ ਦੇ ਜਿਹੜੇ ਥਾਵਾਂ ਨੇ ਉਹ ਖੋਹ ਕੇ ਯੂਟੀ ਕੇਡਰ ਦੇ ਅਫਸਰਾਂ ਨੂੰ ਦਿੱਤੀਆਂ ਜਾਂਦੀਆਂ ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕਰਕੇ ਕੇਂਦਰ ਸਰਕਾਰ ਨੂੰ ਅਸੀਂ ਇਹ ਗੱਲ ਦੀ ਚੇਤਾਵਨੀ ਦਿੱਤੀ ਹੈ ਕਿ ਇਹ ਜਿਹੜੇ ਕੰਮ ਨੇ ਇਹ ਫੈਡਰਲਿਜ਼ਮ ਦੇ ਖਿਲਾਫ ਨੇ ਇਹ ਪੰਜਾਬ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਕਾ ਇਹ ਕੰਮ ਤੁਰੰਤ ਜਿਹੜੇ ਆ ਇਹ ਰੋਕੇ ਜਾਣ ਤੇ ਜਿਹੜੇ ਵੀ ਅਫਸਰ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਵੇ। ਇਹਦੀ ਜਿਹੜੀ ਆ ਪਾਰਟੀ ਅਗਲੇ ਲੈਵਲ ਦੇ ਉੱਤੇ ਅਸੀਂ ਸਾਰੇ ਫੋਰਮਾਂ ਦੇ ਉੱਤੇ ਜਿਹੜੇ ਆ ਇਹ ਇਸ਼ੂ ਰੇਜ਼ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਵਾਸਤੇ ਖਾਸ ਕਰਕੇ ਫੈਡਰਲਿਜ਼ਮ ਵਾਸਤੇ ਸੂਬਿਆਂ ਦੇ ਵੱਧ ਅਧਿਕਾਰਾਂ ਵਾਸਤੇ ਹਮੇਸ਼ਾ ਤੋਂ ਸੰਘਰਸ਼ ਕਰਦਾ ਆਇਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਡਟ ਕੇ ਜਿਹੜਾ ਪੰਜਾਬ ਦੇ ਪੰਥਕ ਹਿੱਤਾਂ ਦੇ ਉੱਤੇ ਪਹਿਰਾ ਜਿਹੜਾ ਉਹ ਉਸੇ ਤਰੀਕੇ ਜਿਹੜਾ ਉਹ ਦਿੰਦੇ ਰਹਾਂਗੇ। ਸੋ ਹਾਲੇ ਜਿਹੜੀ ਸਮੀਖਿਆ ਜਿਵੇਂ ਮੈਂ ਜ਼ਿਕਰ ਕੀਤਾ ਇਹ ਹਾਲੇ ਕਈ ਦਿਨ ਜਾਰੀ ਰਹੂਗੀ। ਉਸ ਤੋਂ ਬਾਅਦ ਕੋਈ ਹੋਰ ਜਿਹੜੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੋਏਗੀ ਉਹ ਕਰਾਂਗੇ। ਸਾਰਿਆਂ ਦਾ ਬਹੁਤ ਕਮੇਟੀ ਡੇਟ ਬਾਉਂਡ ਹੈ ਹਾਂਜੀ ਨਹੀਂ ਹਾਲੇ ਕੱਲ ਅਨਾਉਂਸ ਕਰ ਦਿਆਂਗੇ ਅਸੀਂ ਕਮੇਟੀ ਜਿਹੜੀ ਆ ਉਹ ਸਾਰੇ ਤਹਿ ਤੱਕ ਜਾਏਗੀ ਹਰ ਪੱਖ ਤੋਂ ਵੀ ਕਿਤੇ ਕਿਤੇ ਕੋਈ ਕਮੀ ਰਹੀ ਆ ਕਿਵੇਂ ਉਹਦੇ ਤੇ ਸੁਧਾਰ ਕੀਤਾ ਜਾ ਸਕਦਾ ਉਹ ਸਾਰਾ ਜਿਹੜਾ ਕਰਕੇ ਫਿਰ ਉਹ ਜਿਹੜੀ ਆ ਉਹ ਰਿਪੋਰਟ ਪ੍ਰਧਾਨ ਸਾਹਿਬ ਨੂੰ ਕਮੇਟੀ ਦੇਗੀ। ਉਸ ਤੋਂ ਬਾਅਦ ਜਿਹੜੀਆਂ ਵੀ ਸਾਨੂੰ ਤਬਦੀਲੀਆਂ ਹੋਰ ਜਿਹੜੀਆਂ ਆਰਗੇਨਾਈਜੇਸ਼ਨ ਦੇ ਵਿੱਚ ਹੋਰ ਜਿਹੜੇ ਕੋਈ ਚੰਗੇ ਸੁਝਾਅ ਹੋਣਗੇ ਕਮੇਟੀ ਦੇ ਉਹ ਸਾਰੇ ਹੂਬਹੂ ਅਸੀਂ ਲਾਗੂ ਕਰਾਂਗੇ। ਕਿੰਨੇ ਮੈਂਬਰੀ ਕਮੇਟੀ ਉਹ ਪ੍ਰਧਾਨ ਸਾਹਿਬ ਕੱਲ ਅਨਾਉਂਸ ਕਰਨਗੇ। ਥੈਂਕ ਯੂ ਮਿਹਰਬਾਨੀ। ਤਾਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਖਤਮ ਹੋ ਗਈ ਹੈ। ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਮੀਡੀਆ ਨੂੰ ਸੰਬੋਧਨ ਕਰ ਰਹੇ ਸੀ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਫਤਵਾ ਅਸੀਂ ਖਿੜੇ ਮੱਥੇ ਸਵੀਕਾਰ ਕੀਤਾ ਹੈ। ਸਾਰੇ ਵਰਕਰਾਂ ਦਾ ਧੰਨਵਾਦ ਕੀਤਾ। ਸੋ ਮੇਨ ਇਸ ਦੇ ਵਿੱਚ ਸਭ ਤੋਂ ਜਿਹੜੀ ਅਹਿਮ ਗੱਲ ਹੈ ਉਹ ਇਹ ਹੈ ਕਿ ਜੋ ਚਰਚਾਵਾਂ ਸੀ ਕਿ ਸੁਖਬੀਰ ਸਿੰਘ ਬਾਦਲ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਆਪਣਾ ਅਸਤੀਫਾ ਪੇਸ਼ ਕਰ ਸਕਦੇ ਨੇ ਜਾਂ ਅਸਤੀਫਾ ਦੇ ਸਕਦੇ ਨੇ, ਉਹਨਾਂ ਗੱਲਾਂ ਤੇ ਪਾਰਟੀ ਨੇ ਵਿਰਾਮ ਲਾ ਦਿੱਤਾ ਹੈ। ਯਾਨੀ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪਾਰਟੀ ਪ੍ਰਧਾਨ ਦੇ ਤੌਰ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਪੂਰਨ ਭਰੋਸਾ ਪ੍ਰਗਟਾਇਆ ਹੈ ਕੋਰ ਕਮੇਟੀ ਨੇ ਔਰ ਅੱਗੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਜਿਹੜੀ ਅਗਵਾਈ ਆ ਉਹ ਕਰਦੇ ਰਹਿਣਗੇ। ਇਹ ਗੱਲ ਦਲਜੀਤ ਚੀਮਾ ਕਹਿ ਰਹੇ ਨੇ।
ਸੋ ਪਹਿਲਾਂ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਸੁਖਬੀਰ ਬਾਦਲ ਅਸਤੀਫਾ ਦੇ ਸਕਦੇ ਨੇ, ਪਰ ਇਸ ਤਰੀਕੇ ਦੀ ਕੋਈ ਗੱਲ ਕੋਰ ਕਮੇਟੀ ਦੇ ਵਿੱਚ ਨਹੀਂ ਹੋਈ। ਅਗਲੇ ਦਿਨਾਂ ਦੇ ਵਿੱਚ ਇੱਕ ਸਾਂਝੇ ਤੌਰ ਤੇ ਕਮੇਟੀ ਦਾ ਗਠਨ ਕੀਤਾ ਜਾਊਗਾ ਜੋ ਪਾਰਟੀ ਦੀ ਹਾਰ ਦੇ ਕਾਰਨਾਂ ਤੇ ਅੱਗੇ ਮੰਥਨ ਕਰੇਗੀ। ਜਿਹੜੇ ਬਾਕੀ ਇਕਾਈਆਂ ਨੇ ਪਾਰਟੀ ਦੀਆਂ, ਸ਼੍ਰੋਮਣੀ ਅਕਾਲੀ ਦਲ ਦੀਆਂ, ਉਹਨਾਂ ਦੇ ਨਾਲ ਅਗਲੇ ਦਿਨਾਂ 'ਚ ਇਹ ਚਰਚਾ ਜਿਹੜੀ ਹੈ ਜਾਂ ਇਹ ਮੰਥਨ ਜਿਹੜਾ ਹੈ ਉਹ ਚੱਲਦਾ ਰਹੇਗਾ। ਯਾਨੀ ਇੱਕ ਲਾਈਨ ਦੀ ਜੇ ਹੈਡਲਾਈਨ ਕਹੀਏ ਤਾਂ ਉਹ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਣੇ ਆ।